ਕਿਸਾਨਾਂ ਦੇ ਮਸਲੇ ਨੂੰ ਲੈ ਕੇ ਜਿੱਥੇ ਸੂਬੇ ਭਰ ਦੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਪਿੱਛੇ ਫਿਰ ਰਹੀਆਂ ਹਨ, ਉੱਥੇ ਹੀ ਅਕਾਲੀ ਦਲ ਨੇ ਵੀ ਬੀਜੇਪੀ ਨਾਲੋਂ ਆਪਣਾ ਨਾਤਾ ਤੋੜਿਆ ਤੇ ਹੁਣ ਬੀਜੇਪੀ ਦੇ ਵੀ ਵੱਡੇ ਲੀਡਰ ਜਿਹੜੇ ਬੀਜੇਪੀ ਨੂੰ ਛੱਡ ਰਹੇ ਨੇ ਅਤੇ ਅੱਜ ਪੰਜਾਬ ਦੇ ਜਨਰਲ ਸਕੱਤਰ ਬੀਜੇਪੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਮਲਵਿੰਦਰ ਸਿੰਘ ਕੰਗ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈਂਦੇ ਹਾਂ ਕਿ ਅਚਾਨਕ ਉਹਨਾਂ ਨੂੰ ਹੁਣ ਪਾਰਟੀ ਕਿਉਂ ਤਿਆਗਣੀ ਪੈ ਗਈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਪਿਛਲੇ 3-4 ਮਹੀਨਿਆਂ ਤੋਂ ਪੰਜਾਬ ਔਰ ਬਾਕੀ ਦੇਸ਼ ਦੇ ਹਿੱਸਿਆਂ ਦੇ ਕਿਸਾਨ ਜਿਹੜੇ ਐਜੀਟੇਸ਼ਨ ਕਰ ਰਹੇ ਔਰ ਉਹ ਐਜੀਟੇਸ਼ਨ ਦਾ ਜਿਹੜਾ ਮੁੱਢ ਹੈ ਉਹ ਕੇਂਦਰ ਦੀ ਸਰਕਾਰ ਦੁਆਰਾ ਜਿਹੜੇ 3 ਬਿੱਲ ਲਿਆਂਦੇ ਗਏ, ਜਿਹੜੇ ਕਾਨੂੰਨ ਬਣ ਗਿਆ ਹੁਣ ਉਹਨਾਂ ਦਾ ਵਿਰੋਧ ਹੈ। ਮੈਂ ਪਿਛਲੇ 2.5-3 ਮਹੀਨਿਆਂ ਤੋਂ ਪਾਰਟੀ ਦੇ ਪਲੇਟਫਾਰਮ ਤੇ ਅਲੱਗ-ਅਲੱਗ ਪਲੇਟਫਾਰਮ ਤੇ ਮੈਂ ਕੋਰ ਗਰੁੱਪ ਦਾ ਮੈਂਬਰ ਵੀ ਹਾਂ, ਜਨਰਲ ਸੈਕਟਰੀ ਵੀ ਹਾਂ। ਜਿੱਥੇ ਵੀ ਪਾਰਟੀ ਨੇ ਫੀਡਬੈਕ ਲਿਆ, ਡਿਸਕਸ਼ਨ ਕੀਤੀ, ਮੈਂ ਕਿਹਾ ਜੀ ਇਸ ਚੀਜ਼ ਤੇ ਵਿਚਾਰ ਕਰੇ ਪਾਰਟੀ, ਕਿਸਾਨਾਂ ਦੇ ਹਿਸਾਬ ਨਾਲ ਅਮੈਂਡਮੈਂਟ ਕਰੇ ਜਾਂ ਇਹਨਾਂ ਨੂੰ ਵਾਪਸ ਲਵੇ। ਅਦਰਵਾਈਜ਼ ਸਾਡੇ ਖਾਸ ਕਰ ਹਰਿਆਣਾ ਔਰ ਪੰਜਾਬ ਨੂੰ ਇਹਦਾ ਬੜਾ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਨੂੰ। ਲੇਕਿਨ ਕਿਤੇ ਨਾ ਪਾਰਟੀ 'ਚ ਕੋਈ ਸੁਣਵਾਈ ਨਾ ਹੋਈ। ਮੈਨੂੰ ਲੱਗਿਆ ਸਾਡੀ ਜਵਾਬਦੇਹੀ ਲੋਕਾਂ ਤੱਕ, ਪਹਿਲਾਂ ਅਸੀਂ ਪੰਜਾਬੀ ਹਾਂ, ਫਿਰ ਅਸੀਂ ਪੋਲੀਟੀਕਲ ਐਕਟਿਵਿਸਟ ਹਾਂ ਔਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਨਹੀਂ ਕਰ ਪਾ ਰਹੇ, ਲੋਕਾਂ ਦੇ ਭਲੇ ਲਈ ਆਪਣੀਆਂ ਗੱਲ ਨੂੰ ਮਨਵਾ ਨਹੀਂ ਪਾ ਰਹੇ, ਤਾਂ ਮੈਨੂੰ ਉਸ ਪਾਰਟੀ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇਸ ਕਰਕੇ ਮੈਂ ਰਿਜ਼ਾਈਨ ਕੀਤਾ। ਕੰਗ ਸਾਹਿਬ, ਅਕਾਲੀ ਦਲ ਨੇ ਜਦੋਂ ਬੀਜੇਪੀ ਦਾ ਸਾਥ ਛੱਡਿਆ ਸੀ ਤਾਂ ਉਹਨਾਂ 'ਤੇ ਵੀ ਸਵਾਲ ਖੜੇ ਹੋਏ ਸੀ ਕਿ ਇੰਨਾ ਟਾਈਮ ਜਿਹੜਾ ਬਿੱਲਾਂ ਦੀ ਤਾਰੀਫ ਕਰਦੇ ਰਹੇ ਤਾਂ ਹੁਣ ਜਿਹੜਾ ਕਿਸਾਨਾਂ ਦਾ ਵਿਰੋਧ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਅਸਤੀਫਾ ਦੇਣਾ ਉਹਨਾਂ ਦੀ ਮਜਬੂਰੀ ਹੋ ਗਈ। ਕੀ ਹੁਣ ਤੁਹਾਡੀ ਵੀ ਅਸਤੀਫਾ ਦੇਣਾ ਮਜਬੂਰੀ ਹੋ ਗਈ ਸੀ ਕਿਉਂਕਿ ਵਿਰੋਧ ਹੋ ਰਿਹਾ ਸੀ ਕਿਸਾਨਾਂ ਵੱਲੋਂ? ਨਹੀਂ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ, ਮੈਂ ਪਾਰਟੀ 'ਚ ਪਹਿਲੇ ਦਿਨ ਤੋਂ ਹੀ ਇਸ ਬਿੱਲਾਂ ਦੇ ਜਦੋਂ ਇਹ ਆਰਡੀਨੈਂਸ ਸੀ ਉਦੋਂ ਵੀ ਖਿਲਾਫ ਰਿਹਾ ਔਰ ਲੌਜੀਕਲੀ ਮੈਂ ਡਿਬੇਟ ਕੀਤੀ ਹੈ ਪਾਰਟੀ ਦੇ ਅਲੱਗ-ਅਲੱਗ ਪਲੇਟਫਾਰਮ ਤੇ, ਕਿਉਂਕਿ ਇੱਕ ਪਾਰਟੀ ਦਾ ਡਿਸਪਲਿਨ ਹੁੰਦਾ ਹੈ। ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀ ਵੀ ਜਦੋਂ ਇੰਨਾ ਪ੍ਰੈਸ਼ਰ ਹੈ, ਕਿਸਾਨ ਸੜਕਾਂ ਤੇ ਆ, ਅੰਦੋਲਨ ਕਰ ਰਿਹਾ, ਪਾਰਟੀ ਇਹਦੇ ਤੇ ਰੀਥਿੰਕ ਕਰੂਗੀ, ਪੁਨः ਵਿਚਾਰ ਕਰੂਗੀ, ਇਹਨਾਂ 'ਚ ਅਮੈਂਡਮੈਂਟ ਕਰੂਗੀ। ਔਰ ਅਸੀਂ ਨਿੱਜੀ ਲੈਵਲ ਤੇ ਔਰ ਪਾਰਟੀ 'ਚ ਵੀ ਕਈ ਲੋਕ ਹੈਗੇ ਆ ਜਿਹੜੇ ਇਹਨਾਂ ਸਹਿਮਤ ਨਹੀਂ ਹੈ, ਲੇਕਿਨ ਉਹਨਾਂ ਦੀ ਮਜਬੂਰੀ ਹੈ, ਉਹਨਾਂ ਦੀ ਸੁਣਵਾਈ ਨਹੀਂ ਹੋ ਪਾ ਰਹੀ। ਔਰ ਜਦੋਂ ਲਗਾਤਾਰ ਹਰੇਕ ਪਲੇਟਫਾਰਮ ਤੇ ਮੈਨੂੰ ਲੱਗਿਆ ਵੀ ਹੁਣ ਸਾਡੀ ਬੱਸ ਹੋ ਗਈ ਹੈ, ਸਾਡੀ ਕੋਈ ਸੁਣਵਾਈ ਨਹੀਂ ਹੈ, ਤੇ ਮੈਂ ਆਪਣੇ ਆਪ ਨੂੰ ਇਸ ਤੋਂ ਤੋੜ ਵਿਛੋੜਾ ਕਰਨਾ ਠੀਕ ਸਮਝਿਆ। ਤੁਹਾਡੇ ਨਿੱਜੀ ਵਿਚਾਰ ਦੀ ਗੱਲ ਕਰੀਏ ਤਾਂ ਨਿੱਜੀ ਵਿਚਾਰ ਕੀ ਕਹਿੰਦੇ? ਬਿੱਲ ਕਿਸ ਤਰ੍ਹਾਂ ਨੁਕਸਾਨਦੇਹੀ ਹੈ ਪੰਜਾਬ ਦੇ ਲਈ? ਦੇਖੋ, ਚਾਹੇ ਉਹ ਕੰਟਰੈਕਟ ਫਾਰਮਿੰਗ ਹੈ, ਚਾਹੇ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਚਾਹੇ ਮੰਡੀ ਨੂੰ ਓਪਨ ਕਰਨ ਦੀ ਗੱਲ ਹੈ, APMC ਸੁਧਾਰ ਦੀ ਗੱਲ ਹੈ। ਦੇਖੋ, APMC ਪੰਜਾਬ ਔਰ ਹਰਿਆਣੇ ਦਾ ਬੜਾ ਮਜ਼ਬੂਤ ਹੈ। ਇਸ ਪੰਜਾਬ ਸੂਬੇ ਦੇ ਕਿਸਾਨਾਂ ਨੇ ਜਦੋਂ ਦੇਸ਼ ਨੂੰ ਆਜ਼ਾਦੀ 'ਚ ਕੁਰਬਾਨੀਆਂ ਦੀ ਲੋੜ ਸੀ ਉਦੋਂ ਵੀ ਸਭ ਤੋਂ ਵੱਧ ਚੜ੍ਹ ਕੇ ਦਿੱਤੀ, ਜਦੋਂ ਸਰਹੱਦਾਂ ਤੇ ਜਵਾਨਾਂ ਦੀ ਲੋੜ ਸੀ ਉਦੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ, ਜਦੋਂ ਅਨਾਜ ਦੀ ਲੋੜ ਸੀ ਗ੍ਰੀਨ ਰੈਵੋਲੂਸ਼ਨ ਦੇ ਮਾਧਿਅਮ ਨਾਲ ਉਦੋਂ ਵੀ ਉਹਨਾਂ ਨੇ ਪੂਰੀ ਦੇਸ਼ ਨੂੰ ਅੰਨ ਦੇਣ ਦਾ ਆਪਣਾ ਜਿਹੜਾ ਕੰਮ ਕੀਤਾ। ਅੱਜ ਉਹੀ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਗੁੰਮਰਾਹ ਹੋ ਗਏ ਆ, ਇਹ ਨਾ ਸਮਝ ਹੈ, ਇਹਨਾਂ ਨੂੰ ਸਮਝ ਨਹੀਂ ਹੈ। ਇਹ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਦੀ ਤੋਹੀਨ ਹੈ, ਉਹਨਾਂ ਨਾਲ ਅਨਿਆਏ ਹੈ। ਦੇਖੋ, ਸਾਡਾ ਜਦੋਂ ਓਪਨ ਮੰਡੀ ਤੁਸੀਂ ਕਰੋਗੇ ਤਾਂ ਸੁਭਾਵਿਕ ਤੌਰ ਤੇ ਆ 2-4 ਸਾਲ ਜਿਹੜੇ ਪ੍ਰਾਈਵੇਟ ਸੈਕਟਰ ਹੁੰਦੇ ਆ, ਖਾਸ ਕਰ ਕਾਰਪੋਰੇਟ ਸੈਕਟਰ ਜਿਹੜੇ ਆ, ਉਹ ਪ੍ਰੋਤਸਾਹਨ ਦਿੰਦੇ ਆ ਆਪਣੀ ਮੰਡੀ ਬਣਾਉਣ 'ਚ। ਜਦੋਂ ਓਪਨ ਮੰਡੀ 'ਚ 2-4 ਸਾਲ ਹੋ ਸਕਦਾ ਕਿਸਾਨ ਨੂੰ ਵੱਧ ਮੁੱਲ ਮਿਲੇ, ਲੇਕਿਨ ਜਿਹੜਾ ਸਾਡਾ ਬੁਨਿਆਦੀ ਢਾਂਚਾ APMC ਦਾ ਬਣਿਆ ਪੰਜਾਬ 'ਚ, ਜਿਹੜਾ ਰੈਗੂਲੇਟਡ ਬਾਈ ਸਟੇਟ ਗੌਰਮੈਂਟ ਹੈ, ਉਹਨੂੰ ਨੁਕਸਾਨ ਹੋ ਜਾਊਗਾ, ਉਹ ਟੁੱਟ ਜਾਊਗਾ। ਜਦੋਂ ਟੁੱਟ ਜਾਊਗਾ ਤਾਂ ਇਹ ਮੋਨੋਪਲੀ ਬਣ ਜਾਊਗੀ ਓਪਨ ਮੰਡੀ 'ਚ, ਪ੍ਰਾਈਵੇਟ ਜਿਹੜਾ ਹੈ ਕਾਰੋਬਾਰੀ ਹੈ। ਔਰ ਓਪਨ ਜਦੋਂ ਉਹਦੀ ਮੋਨੋਪਲੀ ਹੋ ਜਾਂਦੀ ਹੈ, ਆਪਾਂ ਬਿਹਾਰ ਦੇ ਰਿਜ਼ਲਟ ਦੇਖੇ ਆ, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਰਿਜ਼ਲਟ ਦੇਖੇ ਆ, ਉੱਥੇ ਜਦੋਂ ਵੀ ਓਪਨ ਮੰਡੀ ਕੀਤੀ ਆ ਕਿਸਾਨ ਦਾ ਨੁਕਸਾਨ ਹੋਇਆ, ਕਾਰੋਬਾਰੀ ਦਾ ਨਹੀਂ ਹੋਇਆ। ਇਸ ਕਰਕੇ ਇਹ ਬਹੁਤ ਵੱਡਾ ਖਤਰਾ। ਕੰਟਰੈਕਟ ਫਾਰਮਿੰਗ 'ਚ ਵੀ ਕਿਤੇ ਨਾ ਕਿਤੇ ਕਿਸਾਨ ਕਾਨੂੰਨੀ ਲੜਾਈ ਨਹੀਂ ਲੜ ਸਕਦਾ। ਕਿਸਾਨ ਦੀ ਜਦੋਂ ਫਸਲ ਪੇਟ 'ਚ ਆਉਂਦੀ ਹੈ ਉਹਨੂੰ ਅਗਲੇ ਦਿਨ ਹੁੰਦਾ ਚੁੱਕੀ ਜਾਵੇ। ਕਿਸਾਨ ਮੰਡੀ ਸੁੱਟ ਕੇ ਆਉਂਦਾ, ਵੇਚ ਕੇ ਨਹੀਂ ਆਉਂਦਾ। ਇਹ ਸ਼ਬਦਾਂ ਦਾ ਫਰਕ ਤਾਂ ਆ ਵੀ ਉਹਨੂੰ ਅਗਲੇ ਦਿਨ ਕਣਕ ਬੀਜਣੀ ਹੁੰਦੀ ਹੈ, ਝੋਨਾ ਸੁੱਟ ਕੇ, ਉਹਨੂੰ ਪੈਸੇ ਦੀ ਲੋੜ ਹੁੰਦੀ ਹੈ। ਜੇ ਮੰਨ ਲਓ ਕੋਈ ਕੁਆਲਿਟੀ ਦਾ ਕਿਸੇ ਤਰ੍ਹਾਂ ਹੋਰ ਕੋਈ ਡਿਸਪਿਊਟ ਪੈ ਜਾਂਦਾ ਹੈ, ਉਹ ਡਿਸਪਿਊਟ ਲਈ SDM ਦੇ ਜਾਂ DC ਦੇ ਜਾਂ ਕਮਿਸ਼ਨਰ ਦੇ, ਜਿਹੜਾ ਕਿ ਕਿਤੇ ਨਾ ਕਿਤੇ ਵੱਡੇ ਘਰਾਣਿਆਂ ਦੇ ਇਨਫਲੂਐਂਸ ਹੁੰਦਾ, ਅਸੀਂ ਦੇਖਦੇ ਹਾਂ, ਉੱਥੇ ਉਹਨੂੰ ਨਿਆਂ ਮਿਲਣ ਦੀ ਉਮੀਦ ਬਹੁਤ ਘੱਟ ਹੈ। ਉਹ ਵੀ ਉਹਦੇ ਨਾਲ ਬਹੁਤ ਵੱਡਾ ਧੱਕਾ ਹੋ ਸਕਦਾ। ਇਸੇ ਤਰੀਕੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਹੈ। ਤੁਸੀਂ ਇੱਕ ਜ਼ਖੀਰਾ ਕੌਣ ਕਰ ਸਕਦਾ? ਕਿਸਾਨ ਤੇ ਕਰ ਨਹੀਂ ਸਕਦਾ, ਕਿਸਾਨ ਤੇ ਆਪਣੀ ਫਸਲ ਨਹੀਂ ਰੱਖ ਸਕਦਾ। ਜ਼ਖੀਰਾ ਉਹੀ ਕਰ ਸਕਦਾ ਜਿਹੜੇ ਵੱਡੇ ਕਾਰੋਬਾਰੀ ਆ। ਉਹ ਪਹਿਲੇ 2-4 ਸਾਲ ਕਿਸਾਨ ਕੋ ਪੂਰੇ ਰੇਟ ਨਾਲ ਫਸਲ ਖਰੀਦਣਗੇ, ਜਦੋਂ ਉਹਦਾ ਦੇ ਗੋਦਾਮ ਭਰ ਜਾਣਗੇ ਉਦੋਂ ਉਹ ਕਿਸਾਨ ਤੇ ਮਨਮਰਜ਼ੀ ਨਾਲ ਰੇਟ ਤੇ ਲੈਣਗੇ ਔਰ ਕੰਜ਼ਿਊਮਰ ਨੂੰ ਵੀ ਉਹਦਾ ਨੁਕਸਾਨ ਹੋਊਗਾ। ਨਾਟ ਓਨਲੀ ਇਹ ਕਿਸਾਨ ਨੂੰ ਨੁਕਸਾਨ ਨਹੀਂ ਹੈ, ਕਿਸਾਨ ਦੇ ਨਾਲ ਮਾਰਕੀਟ ਨੂੰ ਨੁਕਸਾਨ ਹੈ, ਕਿਉਂਕਿ ਉਹਨਾਂ ਦੀ ਮੋਨੋਪਲੀ। ਸਰਕਾਰ ਦਾ ਐਕਟ ਕੀ ਕਹਿੰਦਾ ਹੈ ਵੀ ਜਦੋਂ 50% ਮਹਿੰਗਾਈ ਵਧੂਗੀ ਤਾਂ ਉਹ ਜ਼ਖੀਰਾ ਨਹੀਂ ਰੱਖ ਸਕਦਾ, ਜਾਂ ਐਮਰਜੈਂਸੀ ਸਿਚੁਏਸ਼ਨ ਹੈ, ਉਹ ਦੋਨਾਂ ਸਿਚੁਏਸ਼ਨ ਤੋਂ ਲਾਭ ਤੇ ਜਿੰਨੀ ਮਰਜ਼ੀ ਉਹ ਸਟੋਰੇਜ ਕਰ ਸਕਦਾ।
ਸਟੋਰੇਜ ਕਿਸਾਨ ਨੇ ਤੇ ਕਰਨੀ ਨਹੀਂ। ਉਹਦੇ ਨਾਲ ਕਿਤੇ ਜਦੋਂ ਉਹਦੇ ਕੋਲ ਸਟੋਰੇਜ ਭਰਪਾਈ ਸਟੋਰ ਭਰ ਜਾਣਗੇ, ਤੀਸਰੇ ਜਾਂ ਚੌਥੇ ਸਾਲ ਉਹ ਜਾ ਕੇ ਕਿਸਾਨ ਕੋ ਮਨਮਰਜ਼ੀ ਨਾਲ ਖਰੀਦੂਗਾ। APMC ਆਲਰੇਡੀ ਜਿਹੜਾ ਟੁੱਟ ਚੁੱਕਿਆ ਹੈ, ਔਰ APMC ਕਿਸਾਨ ਕੋ ਆਪਸ਼ਨ ਖਤਮ ਹੋ ਗਈ। ਇਸ ਕਰਕੇ ਮੈਨੂੰ ਲੱਗਦਾ ਤਿੰਨੇ ਜਿਹੜੇ ਕਾਨੂੰਨ ਆ ਟੈਕਨੀਕਲੀ ਗੰਭੀਰਤਾ ਨਾਲ ਮੈਨੂੰ ਆਪਾਂ ਸਟੱਡੀ ਕਰੀਏ ਤੇ ਕਿਸਾਨ ਦੇ ਹੱਕ 'ਚ ਨਹੀਂ ਹੈ, ਕਿਸਾਨ ਦੇ ਨੁਕਸਾਨ 'ਚ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਵੀ ਭਾਰਤ ਸਰਕਾਰ ਨੂੰ ਇਹ 'ਤੇ ਸੋਚਣਾ ਚਾਹੀਦਾ ਹੈ। ਲੇਕਿਨ ਪਿਛਲੇ 2-3 ਮਹੀਨਿਆਂ ਤੋਂ ਪਾਰਟੀ ਪਲੇਟਫਾਰਮ 'ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਮੈਂ ਤਾਂ ਨਿੱਜੀ ਤੌਰ 'ਤੇ ਬੜੀ ਕੋਸ਼ਿਸ਼ ਕੀਤੀ ਹੈ, ਲੇਕਿਨ ਕੋਈ ਸੁਣਵਾਈ ਨਹੀਂ ਹੈ। ਔਰ ਮੈਨੂੰ ਨਹੀਂ ਲੱਗਦਾ ਵੀ ਮੈਂ ਪਾਰਟੀ ਦੀ ਪੋਲਿਟਿਕਸ ਕਰਾਂ ਔਰ ਪੰਜਾਬ ਦਾ ਕਿਸਾਨ ਸੜਕਾਂ 'ਤੇ ਅੰਦੋਲਨ ਕਰੇ। ਮੈਨੂੰ ਲੱਗਦਾ ਉਹਦੇ ਅੰਦੋਲਨ ਦਾ ਮੈਨੂੰ ਐਜ ਏ ਪੰਜਾਬੀ ਹੋਣ ਕਰਕੇ ਉਹਦਾ ਹਿੱਸਾ ਬਣਨਾ ਚਾਹੀਦਾ। ਕਿਸਾਨ ਜਥੇਬੰਦੀਆਂ ਵੀ ਲਗਾਤਾਰ ਜਿਹੜੀਆਂ ਹੋਣ ਚੀਜ਼ਾਂ ਕਹੀਆਂ, ਜਿਹੜੇ ਨੁਕਸਾਨ ਤੁਸੀਂ ਗਿਣਾਏ ਇਹੀ ਕਹਿ ਰਹੀਆਂ। ਅਕਾਲੀ ਦਲ ਵੀ ਮਜਬੂਰਨ ਵਸ, ਆਮ ਆਦਮੀ ਪਾਰਟੀ ਵੀ ਮਜਬੂਰਨ ਵਾਸਤੇ, ਕਾਂਗਰਸ ਵੀ ਮਜਬੂਰਨ ਵਸ ਇਹੀ ਚੀਜ਼ਾਂ ਕਿਸਾਨਾਂ ਮਗਰ ਲੱਗ ਕੇ ਕਹਿ ਰਿਹਾ। ਤੁਸੀਂ ਇੰਨਾ ਟਾਈਮ ਚੁੱਪੀ ਸਾਦੀ ਰੱਖੀ, ਕਿਸਾਨ ਜਥੇਬੰਦੀਆਂ ਨਾਲ ਇੰਨਾ ਟਾਈਮ ਗੱਲ ਕਰਕੇ ਇਹ ਚੀਜ਼ਾਂ ਉਹਨਾਂ ਸਾਹਮਣੇ ਉਦੋਂ ਕਿਉਂ ਨਹੀਂ ਰੱਖੀਆਂ? ਨਹੀਂ, ਮੈਂ ਚੁੱਪੀ ਨਹੀਂ ਸਾਦੀ ਰੱਖੀ। ਮੇਰਾ ਤੁਸੀਂ 1 ਮਹੀਨੇ ਤੋਂ ਮੇਰਾ ਸੋਸ਼ਲ ਮੀਡੀਆ ਚੈੱਕ ਕਰੋਗੇ ਨਾ, ਮੈਂ ਉਹਦੇ 'ਤੇ ਕੋਈ ਇਹਦੇ ਫੇਵਰ 'ਚ ਇੱਕ ਪੋਸਟ ਨਹੀਂ ਪਾਈ। ਮੈਂ ਪਾਰਟੀ ਦੇ ਹਰੇਕ ਪਲੇਟਫਾਰਮ 'ਤੇ ਅਗੇਂਸਟ ਵੀ ਨਹੀਂ ਪਾਈ ਨਾ, ਅਗੇਂਸਟ ਵੀ ਨਹੀਂ ਪਾਈ। ਮੈਂ ਉਹਦੀ ਕਹਿ ਰਿਹਾ ਨਾ, ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ। ਮੈਂ ਪਾਰਟੀ ਇੱਕ ਡਿਸਪਲਿਨ ਹੁੰਦਾ ਹੈ ਪਾਰਟੀ ਵਰਕਰ ਦਾ। ਮੈਂ ਪਿਛਲੇ 7-8 ਸਾਲ ਤੋਂ ਪਾਰਟੀ ਲਈ ਕੰਮ ਕਰ ਰਿਹਾ। ਮੈਂ ਇੱਕ ਜ਼ਿੰਮੇਵਾਰੀ ਵਾਲੀ ਪੋਸਟ 'ਤੇ ਸੀ, ਮੈਂ ਕੋਰ ਗਰੁੱਪ ਦਾ ਵੀ ਮੈਂਬਰ ਸੀ। ਮੈਨੂੰ ਉਮੀਦ ਸੀ ਵੀ ਪਾਰਟੀ ਸਾਡੀ ਸੁਣਵਾਈ ਕਰੂਗੀ, ਕੇਂਦਰ ਦੀ ਸਰਕਾਰ ਸਾਡੀ ਸੁਣਵਾਈ ਕਰੂਗੀ, ਔਰ ਕਿਤੇ ਨਾ ਕਿਤੇ ਏਡੇ ਵੱਡੀ ਮੂਵਮੈਂਟ ਦੇ ਅੱਗੇ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪਊਗਾ, ਜਾਂ ਉਹਨਾਂ ਦੀ ਸੁਣਵਾਈ ਕਰਕੇ ਇਹ 'ਚ ਅਮੈਂਡਮੈਂਟ ਹੋ ਜਾਊਗੀ, ਜਾਂ ਇਹਨਾਂ ਨੂੰ ਵਾਪਸ ਲੈ ਲੈਣਗੇ। ਪਾਰਟੀ ਦੇ ਕੋਰ ਗਰੁੱਪ 'ਚ ਪਾਰਟੀ ਦੇ ਹੋਰ ਜਿਹੜੇ ਸੀਨੀਅਰ ਲੀਡਰ ਹੈ ਸਾਡੇ, ਚਾਹੇ ਉਹ ਸੈਂਟਰ ਦੇ ਆ, ਚਾਹੇ ਹੋਰ ਬਾਕੀ ਆਰਗੇਨਾਈਜੇਸ਼ਨਾਂ ਦੇ ਜਿਹੜੇ ਪਾਰਟੀ ਨੂੰ ਇਨਫਲੂਐਂਸ ਕਰਦੇ, ਉੱਥੇ ਹਰੇਕ ਪਲੇਟਫਾਰਮ 'ਤੇ ਮੈਂ ਗੱਲ ਕਹੀ ਆ ਉੱਥੇ। ਲੇਕਿਨ ਮੈਨੂੰ ਉਮੀਦ ਸੀ, ਅੱਜ ਮੈਨੂੰ ਲੱਗਿਆ ਵੀ ਹੁਣ ਮੈਂ ਇਮੀਡੀਏਟਲੀ ਜਿਹੜਾ ਤੁਹਾਨੂੰ ਇਨਸੀਡੈਂਟ ਦੱਸਣਾ, ਪੰਜਾਬ ਦੇ ਕਿਸਾਨਾਂ ਨੂੰ ਸੱਦ ਲਿਆ ਉੱਥੇ। ਸਾਨੂੰ ਬਹੁਤ ਉਮੀਦ ਸੀ, ਖਾਸ ਕਰ ਮੈਨੂੰ ਐਂ ਲੱਗਦਾ ਇਹ ਮਸਲਾ ਹੁਣ ਨਿਬੜੂਗਾ। ਔਰ ਅਸੀਂ ਵੀ ਵਾਰ-ਵਾਰ ਆਪਣੀ ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਸੱਦੋ, ਇਹਨਾਂ ਦੀ ਗੱਲ ਸੁਣੋ, ਕੁਝ ਗੱਲਾਂ ਤੁਹਾਡੇ ਵੀ ਸਮਝ ਆਉਣਗੀਆਂ, ਕੁਝ ਉਹਨਾਂ ਦੇ ਖਦਸ਼ੇ ਦੂਰ ਹੋਣਗੇ, ਔਰ ਐਮੀਕੇਬਲੀ ਇਹ ਮਸਲਾ ਹੱਲ ਹੋ ਜਾਊਗਾ। ਔਰ ਜਿਸ ਤਰੀਕੇ ਨਾਲ ਵਰਤਾਰਾ ਉਹਨਾਂ ਨਾਲ ਕੀਤਾ ਗਿਆ, ਇੱਕ ਵੀ ਉਹਨਾਂ ਨੂੰ ਮੰਤਰੀ ਨਹੀਂ ਮਿਲਿਆ। ਪੰਜਾਬ 'ਚ ਰੋਜ਼ ਪ੍ਰੈਸ ਕਾਨਫਰੰਸ ਮੰਤਰੀ ਕਰ ਰਿਹਾ, ਕਿਸਾਨਾਂ ਨੂੰ ਕੋਈ ਮਿਲ ਨਹੀਂ ਰਿਹਾ। ਮੈਨੂੰ ਲੱਗਦਾ ਅਖੀਰ 'ਚ ਮੈਂ ਆਪ ਪਿਛਲੇ 2 ਦਿਨਾਂ ਤੋਂ ਦਿੱਲੀ ਸੀ, ਮੈਂ ਆਪਣੀ ਨਿੱਜੀ ਲੈਵਲ 'ਤੇ ਪੂਰੇ ਕੋਸ਼ਿਸ਼ ਕੀਤੀ, ਪੂਰਾ ਜੋ ਮੇਰੀ ਇੱਕ ਕਪੈਸਿਟੀ ਆ, ਦੇਖੋ ਮੇਰੀ ਇੱਕ ਲਿਮਿਟ ਹੈ, ਮੈਂ ਕਰ ਸਕਦਾ। ਹੁਣ ਮੇਰੇ ਕੋਲ ਕੋਈ ਚਾਰਾ ਨਹੀਂ, ਮੋਰਲੀ ਮੈਨੂੰ ਲੱਗਿਆ ਵੀ ਹੁਣ ਮੈਨੂੰ ਇਸ ਪਾਰਟੀ ਨਾਲ ਜੁੜੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇੱਕ ਕਮੇਟੀ ਵੀ ਬਣਾਈ ਸੀ ਬੀਜੇਪੀ ਵੱਲੋਂ, ਸ਼ਾਇਦ ਜਾਨੀ ਸਾਹਿਬ ਉਹਦੇ ਇੰਚਾਰਜ ਲਗਾਏ ਗਏ ਸੀ, 8 ਮੈਂਬਰੀ ਸ਼ਾਇਦ ਕਮੇਟੀ ਸੀਗੀ, ਕਿ ਕਿਹੜੇ ਮੰਤਰੀਆਂ ਨਾਲ ਕਮੇਟੀ ਦੀ ਜਿਹੜੀ ਗੱਲਬਾਤ ਹੋਈ ਤੇ ਕਿਹੜੇ ਮੰਤਰੀ ਕੋਲ ਉਹਨਾਂ ਨੇ ਆਪਣੇ ਪੱਖ ਰੱਖੇ ਵੀ ਪੰਜਾਬ ਦਾ ਇਹ ਜਿਹੜਾ ਮਸਲਾ ਹੈਗਾ, ਕਿ ਮੰਤਰੀਆਂ ਨੇ ਰੱਖੇ ਜਾਂ ਸਿਰਫ ਪੰਜਾਬ ਦੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਨੂੰ ਉਹ ਲਾਰੀ ਲਗਾ ਰਹੀਆਂ ਜਿੱਥੇ ਆ ਜਿਹੜੀ ਹੈ ਕੋਰ ਕਮੇਟੀ? ਵੀਰ ਜੀ, ਗੱਲ ਇਹ ਆ, ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਲਓ ਤਾਂ ਉਹ ਕਹਿੰਦੇ ਸਾਡੇ ਕੋਲ ਤਾਂ ਤੁਹਾਡੀ ਕੋਈ ਕਮੇਟੀ ਆਈ ਨਹੀਂ। ਜਦੋਂ ਪਾਰਟੀ ਫੀਡਬੈਕ ਲੈਂਦੀ ਹੈ, ਉੱਥੇ ਕੋਈ ਸੱਚ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਰਿਹਾ, ਉੱਥੇ ਕੁਝ ਗੱਲਾਂ ਖੁਸ਼ ਕਰਨ ਵਾਲੀਆਂ ਕੀਤੀਆਂ ਜਾਂਦੀਆਂ, ਔਰ ਸੈਂਟਰ ਵੱਲੋਂ ਵੀ ਸਖਤ ਹਦਾਇਤਾਂ ਹੈ, ਸਖਤ ਸ਼ਬਦ ਯੂਜ਼ ਕਰ ਰਿਹਾ ਵੀ ਤੁਸੀਂ ਜਾ ਕੇ ਇਹਦਾ ਪ੍ਰਚਾਰ ਕਰੋ, ਧੰਨਵਾਦ ਕਰਵਾਓ ਲੋਕਾਂ ਤੋਂ ਮੋਦੀ ਜੀ ਦਾ, ਬਹੁਤ ਅੱਛੇ। ਜਦੋਂ ਉੱਥੋਂ ਇੰਨੀਆਂ ਸਖਤ ਡਾਇਰੈਕਸ਼ਨਾਂ ਹੈ, ਤੇ ਜਿਹੜੀ ਕੋਈ ਸੱਚੀ ਗੱਲ ਕਰਨ ਵਾਲਾ ਵੀ ਬੰਦਾ ਹੈਗਾ, ਉਹ ਸੱਚੀ ਗੱਲ ਕਰਨਾ ਹੀ ਨਹੀਂ ਚਾਹੁੰਦਾ। ਕਿਹੜੇ ਲੀਡਰਾਂ ਨੇ ਜਾ ਕੇ ਉੱਥੇ ਝੂਠ ਬੋਲਿਆ? ਦੇਖੋ, ਮੈਂ ਕਿਸੇ ਦਾ ਨਾਮ ਲੈਣਾ ਠੀਕ ਨਹੀਂ ਸਮਝੂੰਗਾ। ਇਹ ਤੇ ਸੁਭਾਵਿਕ ਤੌਰ ਤੇ ਆ ਵੀ ਪੰਜਾਬ ਬੀਜੇਪੀ ਦਾ ਜਿਹੜਾ ਯੂਨਿਟ ਹੈ, ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨੂੰ ਪ੍ਰੋਪਰਲੀ ਰੱਖ ਤਾਂ ਨਹੀਂ ਨਾ ਪਾਇਆ। ਇਹ ਤੇ ਹੋ ਹੀ ਗਿਆ ਨਾ, ਕਿ ਦੱਸੋ ਨਾ, ਉਹ ਤੇ ਪੁੱਛ ਲਓ ਨਾ ਤੁਸੀਂ ਉਹਨਾਂ ਨੂੰ ਵੀ ਤੁਸੀਂ ਕਿਸਾਨ, ਉਹ ਕੀ ਕਹਿਣਗੇ? ਇਹੋ ਜਿਹੇ ਗੁੰਮਰਾਹ ਹੋਏ ਆ ਇਹ ਜੀ, ਇਹਨਾਂ ਨੂੰ ਪਤਾ ਨਹੀਂ, ਨਾ ਸਮਝ। ਵਟ ਇਹ ਨੌਨਸੈਂਸ ਹੈ ਇਹ ਗੱਲ ਕਹਿਣੀ। ਪੰਜਾਬ ਦਾ ਕਿਸਾਨ ਗੁੰਮਰਾਹ? ਪੰਜਾਬ ਦੇ ਕਿਸਾਨ ਨੇ ਉੱਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ, ਯੂਪੀ ਜਾ ਕੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਆਬਾਦ ਕੀਤੀਆਂ ਜ਼ਮੀਨਾਂ, ਗੁਜਰਾਤ ਤੱਕ। ਉਹਨਾਂ ਨੂੰ ਹੁਣ ਇਹ ਨਾ ਸਮਝ ਦੱਸ ਰਹੇ। ਉਹੀ ਪੰਜਾਬ ਦਾ ਕਿਸਾਨ ਆ ਗ੍ਰੀਨ ਰੈਵੋਲੂਸ਼ਨ ਨਾਲ, ਜਿਹਨੇ ਪੰਜਾਬ ਦੇ ਅਨਾਜ ਭੰਡਾਰ ਭਰੇ। ਉਹ ਜਦੋਂ ਪੰਜਾਬ ਦੇ ਕਿਸਾਨਾਂ ਨੇ ਅਨਾਜ ਭੰਡਾਰ ਭਰੇ, ਉਦੋਂ ਤੇ ਇਹ ਸਰਪਲਸ ਹੋਇਆ ਮੁਲਕ ਅਨਾਜ। ਅੱਜ ਉਹਨਾਂ ਨੂੰ ਕਹਿੰਦੇ ਇਹ ਜੀ ਇਹ ਤੇ ਨਾ ਸਮਝ ਹੈ। ਤੇ ਇਹ ਸਮਝਦਾਰ ਹੈ, ਇਹ ਇੰਨੀ ਸਮਝਦਾਰ ਹੈ। ਸਾਰਾ ਸੂਬਾ ਐਜੀਟੇਸ਼ਨ ਤੇ ਆ, ਸਾਰੀਆਂ ਪੋਲੀਟੀਕਲ ਪਾਰਟੀਆਂ ਐਜੀਟੇਸ਼ਨ ਤੇ ਆ। 5 ਸਾਲ ਤੋਂ ਲੈ ਕੇ 90 ਸਾਲ ਦਾ ਬਜ਼ੁਰਗ ਐਜੀਟੇਸ਼ਨ ਤੇ ਆ। ਤੇ ਮੇਰਾ ਮੋਰਲ ਰਾਈਟ ਕਿਹੜਾ ਬਣਦਾ ਵੀ ਇਹ ਗਲਤ ਹੈ, ਇਹ ਗਲਤ ਕਰ ਰਿਹਾ? ਮੈਨੂੰ ਲੱਗਦਾ ਹੈ ਵੀ ਪੰਜਾਬ ਬੀਜੇਪੀ ਵੀ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰੋਪਰ ਨਹੀਂ ਰੱਖ ਸਕੀ, ਔਰ ਜੇ ਉਹਨਾਂ ਨੇ ਰੱਖੀਆਂ ਵੀ ਆਫ ਦਾ ਰਿਕਾਰਡ ਕਿਤੇ, ਤੇ ਉੱਪਰ ਵਾਲੇ ਕੋਈ ਸੁਣਨ ਨੂੰ ਤਿਆਰ ਨਹੀਂ। ਕੰਗ ਸਾਹਿਬ, ਜਿਸ ਤਰ੍ਹਾਂ ਤੁਸੀਂ ਇਮਾਨਦਾਰ ਨਾਲ ਆਪਣੇ ਆਪ ਬਾਹਰ ਆ ਗਏ ਵੀ ਰੱਖ ਨਹੀਂ ਸਕੀ ਪਾਰਟੀ ਪਲੇਟਫਾਰਮ ਤੇ, ਤਾਂ ਮੈਂ ਆਪਣੇ ਮੋਰਲ ਵੈਲਿਊ ਸਮਝਦਾ ਹੋਇਆ ਪਾਰਟੀ ਤੋਂ ਅਸਤੀਫਾ ਦੇ ਰਿਹਾ। ਤੇ ਪੰਜਾਬ ਦੇ ਲੋਕਾਂ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਕਿਹੜੇ ਲੀਡਰ ਹੈ ਜਿਹੜੇ ਉਹਨਾਂ ਦੀ ਗੱਲ ਨਹੀਂ ਰੱਖ ਸਕੇ ਬੀਜੇਪੀ ਦੇ।
ਪੰਜਾਬ ਦੇ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਬਈ ਵਿਸ਼ਵਾਸ 'ਚ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਲਓਗੇ ਨਾ, ਉਹਨਾਂ ਨੂੰ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਨਾਮ ਦੱਸੋਗੇ ਨਾ ਉਹਨਾਂ ਦੇ। ਪੰਜਾਬ ਦੇ ਲੋਕ ਦੇਖ ਹੀ ਰਹੇ ਨੇ ਟੀਵੀ ਤੇ ਕੌਣ ਡਿਫੈਂਡ ਕਰ ਰਿਹਾ। ਪਿਛਲੇ ਜਿੱਦਣ ਦੇ ਕਾਨੂੰਨ ਬਣੇ ਆ ਟੀਵੀ ਤੇ ਕੌਣ ਲੋਕ ਡਿਫੈਂਡ ਕਰ ਰਹੇ ਇਸ ਬਿੱਲਾਂ ਨੂੰ, ਕੌਣ ਡਿਫੈਂਡ ਕਰ ਰਿਹਾ? ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਉਹ ਪੰਜਾਬ 'ਚ ਨਹੀਂ ਰਹਿੰਦੇ ਲੋਕ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਪਤਾ। ਮੈਂ ਕਿਸੇ ਦਾ ਐਵੇਂ ਨਾਮ ਲੈ ਕੇ ਇੱਥੇ ਆਲਰੇਡੀ ਜਦੋਂ ਮੰਨ ਲਓ 8 ਮੈਂਬਰੀ ਕਮੇਟੀ ਹੈ, ਉਹ ਤੇ ਪਬਲਿਕ 'ਚ ਆ ਹੀ ਗਈ ਨਾ, ਮੀਡੀਆ 'ਚ ਵੀ ਆ ਗਈ। ਉਹ 8 ਮੈਂਬਰੀ ਕਮੇਟੀ ਨੇ ਕਿੱਥੇ ਕਿਹਾ ਹੈ ਵੀ ਵਾਪਸ ਲਓ? ਜੇ ਉਹਨਾਂ ਨੇ ਕਿਹਾ ਵੀ ਹੋਊਗਾ, ਮੰਨ ਲਓ ਔਨ ਦਾ ਰਿਕਾਰਡ ਤੇ ਉਹਨਾਂ ਨੇ ਕਿਹਾ ਨਹੀਂ, ਆਫ ਦਾ ਰਿਕਾਰਡ ਕਿਹਾ ਵੀ ਆ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ, ਉੱਥੇ ਕੋਈ ਸੁਣਵਾਈ ਨਹੀਂ ਗੀ। ਮਤਲਬ 8 ਮੈਂਬਰੀ ਕਮੇਟੀ ਦੀ ਕੋਈ ਉੱਥੇ ਲੀਡਰ, ਕੇਂਦਰੀ ਲੀਡਰਸ਼ਿਪ ਸੁਣਵਾਈ ਨਹੀਂ ਕਰਦੀ, ਸਿਰਫ ਤਾਨਾਸ਼ਾਹੀ ਰਵੱਈਏ ਨਾਲ ਕਹਿ ਦਿੰਦੇ ਆ ਵੀ ਤੁਸੀਂ ਜਾਓ ਪ੍ਰਚਾਰ ਕਰੋ। ਉਹ ਤੇ ਕਹਿੰਦੇ ਆ ਜੀ ਉੱਥੇ ਜਾ ਕੇ ਮੋਦੀ ਸਾਹਿਬ ਦੇ ਹੱਕ 'ਚ ਧੰਨਵਾਦ ਲੈਟਰ ਲਿਖਵਾਓ ਪਿੰਡਾਂ ਤੋਂ, ਆਖੇ ਜੀ ਬਹੁਤ ਅੱਛੇ ਆ ਕਾਨੂੰਨ, ਪੋਸਟਰ ਲਗਾਓ। ਉਹ ਇਹ ਕਹਿ ਰਿਹਾ ਸੈਂਟਰ ਦੇ ਮੰਤਰੀ ਨੂੰ ਜੇ ਅਸੀਂ ਕਹਿੰਦੇ ਆ ਜੀ ਤੁਸੀਂ ਇੱਕ ਵਾਰ ਵਿੱਚ ਜਾ ਕੇ ਗੱਲ ਕਰੋ। ਵਰਚੁਅਲ ਨਾਲ ਕੀ ਹੁੰਦਾ ਹੈ? ਪਬਲਿਕ ਜਾ ਕੇ ਗੱਲ ਕਰਨਾ ਕੋਈ ਹਿੰਮਤ ਹੈਗੀ ਕਿਸੇ ਦੀ? ਤੇ ਕਰਦੇ ਕਿਉਂ ਨਹੀਂ ਆ? ਜੇ ਸੱਚੇ ਆ ਤੇ ਕਰਨ ਲੋਕਾਂ ਦੇ ਵਿੱਚ ਜਾ ਕੇ ਗੱਲ। ਇੱਥੋਂ ਹੀ ਸਾਬਿਤ ਹੋ ਜਾਂਦਾ ਨਾ ਵੀ ਇਹ ਸਭ ਆਪਣੀ ਆਪਣੀ ਰਾਜਨੀਤੀ। ਇੰਨਾ ਵੀ ਰਾਜਨੀਤਿਕ ਪਰਸਨਲ ਇੰਟਰਸਟ ਹਾਵੀ ਨਹੀਂ ਹੋਣਾ ਚਾਹੀਦਾ ਭਾਜੀ, ਮੇਰੇ ਤੇ ਤਾਂ ਨਹੀਂ ਹੈਗਾ ਹਾਵੀ, ਜ਼ਮੀਰ ਜਾਗਦਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ। ਹਾਂ, ਮੈਂ ਕੋਸ਼ਿਸ਼ ਪਾਰਟੀ 'ਚ ਡਿਸਿਪਲਿਨ 'ਚ ਰਹਿ ਕੇ ਕੀਤੀ। ਅੱਜ ਮੈਂ ਪਾਰਟੀ ਨੂੰ ਛੱਡਿਆ ਹੈ ਨਾ, ਅੱਜ ਮੈਂ ਬੋਲ ਰਿਹਾ। ਅੱਜ ਤੱਕ ਤਾਂ ਮੈਂ ਜਾ ਕੇ ਨਹੀਂ ਬੋਲਿਆ ਵੀ ਇਹ ਗਲਤ ਕਰ ਰਿਹਾ। ਜਦੋਂ ਮੈਨੂੰ ਲੱਗਿਆ ਯਾਰ ਵਾਹ ਵਾਸਤਾ ਕੋਈ ਚੱਲ ਹੀ ਨਹੀਂ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਆ, ਅਸੀਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਪਹਿਲਾਂ ਜਵਾਬਦੇਹ ਹਾਂ ਭਾਜੀ। ਬਾਅਦ ਦੀਆਂ ਗੱਲਾਂ, ਬਾਅਦ 'ਚ ਰਾਜਨੀਤੀ ਔਰ ਪੋਲੀਟੀਕਲ ਪਾਰਟੀਆਂ ਬਾਅਦ ਦੀਆਂ ਗੱਲਾਂ। ਤੇ ਫਿਰ ਮੈਨੂੰ ਲੱਗਦਾ ਹੈ ਵੀ ਜਿਨ੍ਹਾਂ ਦੇ ਜ਼ਮੀਰ ਜਾਗਦੇ ਆਪਣੇ ਆਪ ਬਾਹਰ ਆ ਜਾਣਗੇ। ਫਿਰ ਸਕੱਤਰ ਵੱਲੋਂ ਕੇਂਦਰ ਦੀ ਚਿੱਠੀ ਕਿਉਂ ਆਉਂਦੀ ਹੈ ਵੀ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ? ਫਿਰ ਉਹ ਚਿੱਠੀ ਇੱਕ ਜੁਮਲਾ ਸੀਗਾ ਜੋ ਚਿੱਠੀ ਆਉਂਦੀ? ਉਹ ਤਾਂ ਸਾਬਿਤ ਹੀ ਹੋ ਗਿਆ ਨਾ ਵੀ ਤੁਹਾਡੀ ਕਿਸਾਨ ਜਥੇਬੰਦੀਆਂ ਉੱਥੇ ਗਈਆਂ ਔਰ ਉਹਨਾਂ ਨੂੰ ਇੱਕ ਸੈਕਟਰੀ, ਅੰਡਰ ਸੈਕਟਰੀ ਲੈਵਲ ਦਾ ਬੰਦਾ ਅਟੈਂਡ ਕਰ ਰਿਹਾ ਹੈ। ਅੰਡਰ ਸੈਕਟਰੀ ਲੈਵਲ ਬੰਦੇ ਦੀ ਕੀ ਔਕਾਤ ਹੁੰਦੀ ਆ ਵੀ ਕਿਸੇ ਕਾਨੂੰਨਾਂ ਵਾਸਤੇ ਪਾਸ ਕਰਾਉਣ 'ਚ ਜਾਂ ਅਮੈਂਡਮੈਂਟ ਕਰਾਉਣ 'ਚ ਉਹਦਾ ਕੀ ਲੈਵਲ ਹੈ? ਕਿਸ ਇਹ ਕਿਤੇ ਨਾ ਕਿਤੇ ਪੰਜਾਬ ਦੀ ਬੇਇੱਜ਼ਤੀ ਹੈ, ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ, ਕਿਸਾਨੀ ਦੀ ਬੇਇੱਜ਼ਤੀ ਆ। ਔਰ ਇਹ ਮਸਲਾ ਸਿੱਧਾ ਕਿਸਾਨੀ ਦਾ ਨਹੀਂ ਹੈ ਵੀਰ ਜੀ, ਇਹ ਤੇ ਆੜਤੀਆ ਵੀ ਜੁੜਿਆ, ਇਹਦੇ ਨਾਲ ਛੋਟਾ ਵਪਾਰੀ ਵੀ ਜੁੜਿਆ, 3 ਲੱਖ ਲੇਬਰ ਵੀ ਜੁੜੀ ਆ। ਤੁਸੀਂ ਮਤਲਬ ਕਹਿੰਦੇ ਹੋ ਅਸੀਂ ਆ ਤੁਹਾਨੂੰ ਦੇਣਾ ਚਾਹੁੰਦੇ ਜ਼ਬਰਦਸਤੀ। ਮੈਂ ਕਹਿੰਦਾ ਮੈਨੂੰ ਚਾਹੀਦੀ ਨਹੀਂ ਇਹ ਚੀਜ਼, ਮੈਂ ਜ਼ਬਰਦਸਤੀ ਦੇ ਰਹੇ ਹੋ ਤੁਸੀਂ। ਉਹਨਾਂ ਨੂੰ ਸ਼ੌਂਕ ਹੈ ਕੋਈ ਰਾਤਾਂ ਨੂੰ ਧਰਨੇ ਲਾਉਣ ਦਾ ਮੂਵਮੈਂਟ? ਉਹਨਾਂ ਨੂੰ ਕਹਿੰਦੇ ਅੱਛਾ ਵਿੱਚੋਂ ਕਈ ਇਹਨਾਂ ਦੇ ਸਿਰਫਰੇ ਕਹੀ ਜਾਂਦੇ ਆ ਇਹ ਨਕਸਲਵਾਦੀ ਆ ਜੀ, ਇਹ ਗਰਮ ਖਿਆਲੀ ਆ ਜੀ, ਇਹ ਵਾਟੇ ਦੇਸ ਯਾਰ। ਉਹੀ ਲੋਕ ਆਏ ਪੰਜਾਬੀ ਜਿਹੜੇ ਸਭ ਤੋਂ ਵੱਧ ਜਵਾਨ ਵੀ ਦਿੰਦੇ ਆ ਸ਼ਹੀਦੀਆਂ ਵਾਸਤੇ, ਜਿਹੜੇ ਅਨਾਜ ਵੀ ਦਿੰਦੇ ਆ ਔਰ ਮੁਲਕ ਲਈ ਕੁਰਬਾਨੀਆਂ ਵੀ ਸਭ ਤੋਂ ਵੱਧ ਇਹਨਾਂ ਨੇ ਦਿੱਤੀਆਂ। ਇਸ ਕਰਕੇ ਦੇਸ਼ ਦੀ ਸਰਕਾਰ ਨੂੰ ਹਜੇ ਵੀ ਕੁਝ ਸੋਚਣਾ ਚਾਹੀਦਾ। ਇਹ ਵੀ ਮੁਲਕ ਦੇ ਲੋਕ ਹੈ ਔਰ ਇਹਨਾਂ ਨੂੰ ਕੌਨਫੀਡੈਂਸ ਲੈ ਕੇ ਇਹਨਾਂ ਦੀਆਂ ਸ਼ੰਕਾ, ਇਹਨਾਂ ਦੇ ਖਦਸ਼ੇ, ਇਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ। ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕੀ ਕਰ ਰਹੇ? ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ? ਉਹ ਅਸਤੀਫੇ ਤੋਂ ਬਾਅਦ ਫੋਨ ਵੀ ਆਇਆ ਹੋਊਗਾ ਉਹਨਾਂ ਦਾ? ਨਹੀਂ, ਅਸ਼ਵਨੀ ਸ਼ਰਮਾ ਜੀ ਸੁਭਾਵਿਕ ਮੇਰੇ ਪ੍ਰਧਾਨ ਹੈ ਤੇ ਰੋਜ਼ ਮੇਰੀ ਗੱਲ ਹੋਣੀ ਸੁਭਾਵਿਕ ਹੀ ਆ ਉਹਦੇ ਨਾਲ। ਆਇਆ ਉਹਨਾਂ ਦਾ, ਲੇਕਿਨ ਮੈਂ ਕਿਹਾ ਜੀ ਮੈਂ ਨਹੀਂ, ਹੁਣ ਮੈਨੂੰ ਮੇਰਾ ਜ਼ਮੀਰ ਇਸ ਗੱਲ ਦੀ ਅਲਾਉ ਨਹੀਂ ਕਰਦਾ ਵੀ ਮੈਂ ਇਹ ਗਲਤ ਕਾਨੂੰਨਾਂ ਦੀ ਹਮਾਇਤ ਕਰਾਂ। ਔਰ ਜੇ ਹਮਾਇਤ ਜਾਂ ਵਿਰੋਧ, ਜੇ ਮੈਂ ਵਿਰੋਧ ਕਰੂੰ ਤਾਂ ਬਾਹਰ ਜਾ ਕੇ ਕਰੂੰਗਾ ਨਾ, ਤੇ ਜੇ ਮੈਂ ਹਮਾਇਤ ਨਹੀਂ ਵੀ ਕਰਦਾ ਤਾਂ ਚੁੱਪ ਕਰਕੇ ਪਾਰਟੀ 'ਚ ਵੀ ਬੈਠਦਾ ਤੇ ਉਹ ਵੀ ਤਾਂ ਮੇਰੇ ਲਈ ਪੰਜਾਬ ਦੇ ਲੋਕਾਂ ਜਾਣਾ, ਮੈਂ ਕਿਸ ਮੂੰਹ ਨਾਲ ਜਾਊਂਗਾ? ਮੈਂ ਤਾਂ ਇਹ ਸੋਚ ਲਿਆ ਵੀ ਹੁਣ ਮੈਂ ਕਿਸਾਨਾਂ ਦੇ ਨਾਲ ਮਿਲ ਕੇ ਇਸ ਅੰਦੋਲਨ ਦਾ ਹਿੱਸਾ ਬਣੂੰਗਾ। ਕਿਸਾਨਾਂ ਨਾਲ ਮਿਲ ਕੇ ਅੰਦੋਲਨ ਦਾ ਹਿੱਸਾ ਬਣੂਗਾ? ਕਿਸੇ ਪਾਰਟੀ, ਸਿਆਸੀ ਪਾਰਟੀ ਦਾ ਹੱਥ ਫੜ ਕੇ ਜਿਵੇਂ ਚਰਚਾ ਚੱਲਦੀ ਹੈ ਵੀ ਤੁਸੀਂ ਅਕਾਲੀ ਦਲ 'ਚ ਜਾ ਸਕਦੇ ਹੋ ਜਾਂ ਸਿਆਸੀ ਪਾਰਟੀ ਨਾਲ ਮਿਲ? ਪੋਲਿਟਿਕਸ ਨੌਜਵਾਨਾਂ ਨੂੰ ਕਰਨੀ ਚਾਹੀਦੀ ਹੈ। ਮੈਂ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ 2 ਵਾਰ ਪ੍ਰਧਾਨ ਰਿਹਾ, ਸੈਨੇਟ ਦਾ ਮੈਂਬਰ ਰਿਹਾ। ਲੋਕਾਂ ਨੇ, ਪੰਜਾਬ ਦੇ ਲੋਕ, ਹਰਿਆਣੇ ਦੇ ਲੋਕਾਂ ਨੇ ਮੈਨੂੰ ਜਿਤਾਇਆ। ਮੈਨੂੰ ਕੋਈ ਅਲਰਜੀ ਨਹੀਂ ਹੈ, ਰਾਜਨੀਤੀ ਕਰਨੀ ਹੈ ਅਸੀਂ ਕਰਾਂਗੇ, ਆਉਣ ਵਾਲੇ ਟਾਈਮ 'ਚ ਵੀ ਕਰਾਂਗੇ। ਪੋਲਿਟਿਕਸ ਹਰੇਕ ਨੌਜਵਾਨ ਨੂੰ ਕਰਨੀ ਚਾਹੀਦੀ ਆ, ਲੇਕਿਨ ਮੁੱਦਿਆਂ ਦੇ ਆਧਾਰ 'ਤੇ, ਇਸ਼ੂਆਂ ਦੇ ਆਧਾਰ 'ਤੇ, ਆਪਣੇ ਸੂਬੇ ਦੇ ਲੋਕਾਂ ਦੇ ਇੰਟਰਸਟ ਨੂੰ ਲੈ ਕੇ ਕਰਨੀ ਚਾਹੀਦੀ। ਕਰਾਂਗੇ ਆਉਣ ਵਾਲੇ ਟਾਈਮ 'ਚ, ਦੇਖਦੇ ਹਾਂ ਪੋਲੀਟੀਕਲ ਪਾਰਟੀ 'ਚ ਕਿਸ ਨਾਲ ਕਰਦੇ ਹਾਂ, ਲੇਕਿਨ ਹਾਲ ਫਿਲਹਾਲ ਸਾਡੀ ਪ੍ਰਾਇੋਰਟੀ ਕਿਸਾਨ ਮੂਵਮੈਂਟ ਹੈ। ਬਿਲਕੁਲ, ਭਗਤ ਸਿੰਘ ਨੇ ਵੀ ਕਿਹਾ ਸੀ, ਭਗਤ ਸਿੰਘ ਨੇ ਸ਼ੁਰੂਆਤ ਕੀਤੀ ਸੀ ਵੀ ਸਟੂਡੈਂਟ ਨੂੰ, ਵਿਦਿਆਰਥੀਆਂ ਨੂੰ ਜਿਹੜੀ ਪੋਲੀਟਿਕਸ ਵਿੱਚ ਆਉਣਾ ਚਾਹੀਦਾ, ਉਹਨਾਂ ਨੇ ਵੀ ਸ਼ੁਰੂਆਤ ਕੀਤੀ ਸੀ। ਤਾਂ ਭਗਤ ਸਿੰਘ ਦੀ ਗੱਲਾਂ ਬੜੀਆਂ ਸਪਸ਼ਟ ਹੁੰਦੀਆਂ ਸੀ, ਉਹਨਾਂ ਦੇ ਵਿਚਾਰ ਬਿਲਕੁਲ ਸਪਸ਼ਟ ਹੁੰਦੇ ਸੀ। ਤੁਸੀਂ ਵੀ ਸਪਸ਼ਟ ਕਰ ਦਿਓ ਵੀ ਕਿਹੜੀ ਪਾਰਟੀ ਜੁਆਇਨ ਕਰ ਰਹੇ ਹੋ? ਪਾਰਟੀ ਅਜੇ ਤੈਅ ਵੀ ਨਹੀਂ ਕੀਤੀ, ਲੇਕਿਨ ਮੈਂ ਤਾਂ ਬੇਬਾਕੀ ਨਾਲ ਇਹ ਗੱਲ ਕਹਿ ਰਿਹਾ। ਮੈਂ ਕਿਹੜਾ ਕੋਈ ਚੋਰੀ ਛੁਪੇ ਕਹਿ ਰਿਹਾ। ਮੈਂ ਕਿਹਾ ਜੀ ਰਾਜਨੀਤੀ ਕਰਨੀ ਹੈ, ਕਰਾਂਗੇ, ਕਿਉਂ ਨਹੀਂ ਕਰਾਂਗੇ? ਅਸੀਂ ਨਹੀਂ ਕਰਾਂਗੇ ਤਾਂ ਕੋਈ ਹੋਰ ਕਰੂਗਾ ਫਿਰ। ਔਰ ਇਹ ਮੈਂ ਬਾਕੀ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ, ਜੇ ਆਪਾਂ ਜਗ੍ਹਾ ਕਿਸੇ ਨੂੰ ਦੇਵਾਂਗੇ ਤਾਂ ਕੋਈ ਹੋਰ ਵੜੂਗਾ। ਜਿਹੜੇ ਵੀ ਨੌਜਵਾਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਜੀਦਾ ਹੈ, ਗੰਭੀਰ ਹੈ, ਇਸ਼ੂ ਬੇਸਡ ਰਾਜਨੀਤੀ ਕਰਨਾ ਚਾਹੁੰਦੇ, ਉਹਨਾਂ ਨੂੰ ਕਰਨੀ ਚਾਹੀਦੀ। ਜਿਹੜੀ ਵੀ ਪੋਲੀਟੀਕਲ ਪਾਰਟੀ ਪੰਜਾਬ ਦੇ ਮੁੱਦਿਆਂ ਦੇ, ਪੰਜਾਬ ਦੇ ਇੰਟਰਸਟ ਨੂੰ ਵਾਚ ਕਰਦੀ ਹੈ, ਉਹਨਾਂ ਦਾ ਧਿਆਨ ਰੱਖਦੀ ਹੈ। ਤਾਂ ਮੇਰਾ ਆਖਰੀ ਸਵਾਲ ਹੋਊਗਾ ਕਿ ਜੋ ਪੰਜਾਬ ਵਿਧਾਨ ਸਭਾ ਦਾ ਹੁਣ ਸੈਸ਼ਨ ਬੁਲਾਇਆ ਗਿਆ,
ਕੀ ਤੁਸੀਂ ਬਿੱਲਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਵਾਚਿਆ ਬੀਜੇਪੀ ਦੇ ਵਿੱਚ ਰਹੇ ਹੋ ਕੀ ਪੰਜਾਬ ਸਰਕਾਰ ਬਿੱਲਾਂ ਦੇ ਵਿਰੁੱਧ ਕੋਈ ਮਤਾ ਲਿਆ ਸਕਦੀ ਹੈ ਤੇ ਉਹ ਲਾਗੂ ਹੋ ਸਕਦਾ ਲੀਗਲ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ? ਵੇਖੋ ਜੀ, ਮੈਨੂੰ ਜਿੰਨਾ ਕਿ ਮੈਨੂੰ ਸਮਝ ਹੈ, ਕਿਉਂਕਿ ਮੈਂ ਵੀ ਵਕਾਲਤ ਥੋੜੀ ਬਹੁਤ ਕੀਤੀ ਹੈ, ਵੀ ਪੰਜਾਬ ਲੇਕਿਨ ਇਸ ਮੁੱਦੇ ਤੇ ਪਹਿਲੀ ਗੱਲ ਤੇ ਪੰਜਾਬੀਆਂ ਨੂੰ ਇਕੱਠੇ ਤੇ ਹੋਣਾ ਚਾਹੀਦਾ, ਚਾਹੇ ਉਹ ਵਿਧਾਨ ਸਭਾ ਦੇ ਰੂਪ ਚ ਹੈ, ਚਾਹੇ ਅੰਦੋਲਨ ਦੇ ਰੂਪ ਚ ਹੈ, ਜਿਹੜੇ ਵੀ ਅਲੱਗ-ਅਲੱਗ ਡੈਮੋਕ੍ਰੈਟਿਕ ਪਲੇਟਫਾਰਮ ਹੈ ਉੱਥੇ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਇੱਕ ਮੁੱਠੀ 'ਚ ਬੁਲੰਦ ਕਰਨੀ ਚਾਹੀਦੀ ਹੈ। ਕੋਈ ਮਾੜੀ ਗੱਲ ਨਹੀਂ ਗੀ। ਜਿੱਥੋਂ ਤੱਕ ਹੈਗਾ ਆ ਲੈਜੀਟੀਮੇਸੀ ਇਸ ਕਾਨੂੰਨ ਦੀ, ਸੁਭਾਵਿਕ ਜੀ ਗੱਲ ਹੈ ਵੀ ਸੈਂਟਰ ਦੀ ਪਾਰਲੀਮੈਂਟ ਨੇ ਜਿਹੜੇ ਕਾਨੂੰਨ ਪਾਸ ਕੀਤੇ ਆ ਬਹੁਮਤ ਨਾਲ, ਉਹਨਾਂ ਨੂੰ ਪੰਜਾਬ ਦੀ ਅਸੈਂਬਲੀ ਜਿੱਥੋਂ ਤੱਕ ਮੇਰੀ ਸਮਝ ਹੈ ਉਹਨਾਂ ਨੂੰ ਰਿਜੈਕਟ ਨਹੀਂ ਕਰ ਸਕਦੀ। ਲੇਕਿਨ ਲੀਗਲੀ ਹੋਰ ਸੁਪਰੀਮ ਕੋਰਟ ਜਾਣ ਦੇ ਬੜੇ ਤਰੀਕੇ ਆ, ਔਰ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ, ਜਿਹੜੇ ਅੱਡ-ਅੱਡ ਪਾਰਟੀਆਂ 'ਚ ਬੈਠੇ ਆ, ਕਿਆ ਉਹ ਇਸ ਇਕਮੁੱਠ ਹੋ ਕੇ ਇਨ ਮੁੱਦਿਆਂ ਤੇ ਇਕਮਤ ਹੈ ਕਿ ਨਹੀਂ ਹੈ, ਇਹ ਤੇ ਸਾਬਿਤ ਹੋ ਹੀ ਜਾਊਗਾ ਨਾ ਅਸੈਂਬਲੀ 'ਚ। ਆਖਰੀ ਸਵਾਲ ਫਿਰ ਤੋਂ ਮੈਂ ਲਊਂਗਾ, ਹੋਰ ਕਿਹੜੇ ਲੀਡਰ ਤੁਹਾਡੇ ਪਿੱਛੇ ਬੀਜੇਪੀ ਤੋਂ ਜਿਹੜੇ ਅਸਤੀਫਾ ਦੇ ਸਕਦੇ ਤੁਹਾਡੇ ਟੱਚ ਵਿੱਚ ਹੋਣ? ਨਹੀਂ, ਦੇਖੋ ਮੈਂ ਪਾਰਟੀ ਦਾ ਜਨਰਲ ਸੈਕਟਰੀ ਸੀ, ਮੈਂ ਮਾਲਵੇ ਜ਼ੋਨ ਦਾ ਪੂਰਾ ਇੰਚਾਰਜ ਸੀ, ਇਨ ਟੱਚ ਤੇ ਮੇਰੇ ਨਾਲ ਸਾਰੇ ਰਹਿੰਦੇ ਆ। ਲੇਕਿਨ ਕਿਸੇ ਨੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਆਓ, ਤੁਹਾਡਾ ਜ਼ਮੀਰ ਮੰਨਦਾ ਤੇ ਆਓ, ਨਹੀਂ ਆਉਂਦਾ ਤੇ ਨਾ ਆਓ। ਲੇਕਿਨ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਛੱਡ ਕੇ ਆਓ ਜਾਂ ਤੁਸੀਂ ਜੁਆਇਨ ਕਰੋ। ਮੈਂ ਕਿਉਂ ਕਹਾਂ? ਮੈਂ ਕੌਣ ਹੁੰਦਾ ਕੌਣ ਵਾਲਾ ਕਿਸੇ ਨੂੰ? ਹਾਂ, ਲੇਕਿਨ ਇਹ ਮੈਂ ਇੱਕ ਮੁੱਦੇ ਤੇ ਪਾਰਟੀ ਛੱਡੀ ਆ, ਮੈਂ ਇੱਕ ਇਸ਼ੂ ਤੇ ਛੱਡੀ ਆ। ਮੈਂ ਇਸ ਕਿਸਾਨਾਂ ਦੇ ਭਾਵਨਾਵਾਂ ਨੂੰ, ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਆ, ਤੇ ਜਿਹੜੇ ਹੋਰ ਵੀ ਮਹਿਸੂਸ ਕਰਦੇ ਆ ਘੁੱਟਣ ਨੂੰ, ਉਹ ਛੱਡਣ। ਇਹ ਸਨ ਮਾਲਵਿੰਦਰ ਸਿੰਘ ਕੰਗ, ਜਿਨ੍ਹਾਂ ਨੇ ਹੁਣੇ ਬੀਜੇਪੀ ਤਿਆਗੀ ਹੈ ਕਿਸਾਨੀ ਦੇ ਮੁੱਦੇ ਉੱਪਰ, ਤੇ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਜਾ ਕੇ ਹੁਣ ਡਟਣਗੇ ਅਤੇ ਜਿਹੜੀ ਰਾਜਨੀਤੀ ਵੀ ਆਪਣੀ ਲਗਾਤਾਰ ਜਾਰੀ ਰੱਖਣਗੇ। ਕੈਮਰਾ ਪਰਸਨ ਸੁਖਜਿੰਦਰ ਦੇ ਨਾਲ ਆਸ਼ੂ ਨੇਜਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।